ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਹਰਜੋਤ ਕੌਰ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਤੇ ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਬਹੁਤ ਬਹੁਤ ਸਵਾਗਤ ਹੈ ਡੱਲਾ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹਰਜੋਤ ਜੀ, ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ। ਹਾਂਜੀ ਡੱਲਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਤਾਂ ਸਭ ਤੋਂ ਪਹਿਲਾਂ ਖਬਰ ਲਵਾਂਗੇ ਕਿ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਆਹ ਸੀ, ਉਸ ਮੌਕੇ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਲਕੀ ਵਾਲੀ ਗੱਡੀ ਦੀ ਪੁਲਿਸ ਮੁਲਾਜ਼ਮਾਂ ਵੱਲੋਂ ਜੋ ਚੈਕਿੰਗ ਕੀਤੀ ਗਈ, ਉਸ ਨੂੰ ਲੈ ਕੇ ਕਈ ਸਵਾਲ ਜੋ ਹੈ ਖੜੇ ਜ਼ਰੂਰ ਹੋ ਰਹੇ ਨੇ। ਇਸ ਬਾਬਤ ਸ਼੍ਰੋਮਣੀ ਕਮੇਟੀ ਦੇ ਵੱਡੀ ਗਿਣਤੀ ਵਿੱਚ ਮੈਂਬਰਾਂ ਨੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮੰਗ ਪੱਤਰ ਵੀ ਸੌਂਪਿਆ ਹੈ। ਤਾਂ ਤੁਸੀਂ ਇਸ ਮਾਮਲੇ ਬਾਰੇ ਹੋਰ ਕੀ ਅਪਡੇਟ ਦਰਸ਼ਕਾਂ ਨਾਲ ਸਾਂਝਾ ਕਰ ਸਕਦੇ ਹੋ? ਦੇਖੋ, ਇਹਦੇ ਤੇ ਅਪਡੇਟ ਇਹ ਹੈ ਹਰਜੋਤ ਜੀ ਕਿ ਜਿਵੇਂ ਤੁਸੀਂ ਵੀ ਸ਼ੁਰੂਆਤ 'ਚ ਦੱਸਿਆ ਕਿ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਵੱਖ-ਵੱਖ SGPC ਮੈਂਬਰ ਨੇ, ਉਹ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਮਿਲੇ, ਜਿਹੜੇ ਖੁਦ ਐਡਵੋਕੇਟ ਵੀ ਨੇ, ਔਰ ਵੱਡੇ ਪੱਧਰ ਤੇ ਸਮਾਜ ਦੇ ਵਿੱਚ, ਲੋਕਾਂ ਦੇ ਵਿੱਚ ਵੀ ਇਹ ਗੱਲ ਚਰਚਾ ਹੋ ਰਹੀ ਸੀ ਕਿਉਂਕਿ ਇੱਕ ਵੀਡੀਓ ਵਾਇਰਲ ਸੀ। ਜਿਸ ਦਿਨ ਵਿਆਹ ਹੋਇਆ ਉਸ ਦਿਨ ਵੀ ਇਹ ਵੀਡੀਓ ਵਾਇਰਲ ਸੀ। ਲੋਕ ਵੀ ਬਹੁਤ ਇਸ ਚੀਜ਼ ਨੂੰ ਮਹਿਸੂਸ ਕਰ ਰਹੇ ਸੀ ਕਿ ਇਸ ਤਰ੍ਹਾਂ ਦੇ ਨਾਲ ਸਿਕਿਉਰਿਟੀ ਚੈਕਿੰਗ ਨਹੀਂ ਹੋਣੀ ਚਾਹੀਦੀ ਸੀ। ਮੈਨੂੰ ਇਹ ਲੱਗਦਾ ਹੈ ਕਿ ਜਦੋਂ ਹਰ ਚੀਜ਼ ਦਾ ਪ੍ਰੋਟੋਕਾਲ ਹੈ ਤੇ ਭਾਰਤ ਸਰਕਾਰ ਨੂੰ, ਪੰਜਾਬ ਸਰਕਾਰ ਨੂੰ ਇਹ ਪ੍ਰੋਟੋਕਾਲ ਵੀ ਬਣਾ ਕੇ ਰੱਖਣਾ ਬਹੁਤ ਜ਼ਰੂਰੀ ਹੈ। ਔਰ ਮੁੱਖ ਮੰਤਰੀ, ਪੰਜਾਬ ਦੇ ਮੁੱਖ ਮੰਤਰੀ ਖੁਦ ਸਿੱਖ ਭਾਈਚਾਰੇ ਨਾਲ ਸੰਬੰਧਿਤ ਨੇ ਔਰ ਜਿਨ੍ਹਾਂ ਲੋਕਾਂ ਨੇ ਵਿਆਹ ਦਾ ਪ੍ਰਬੰਧ ਕੀਤਾ ਉਹਦੇ 'ਚ ਸੁਰੱਖਿਆ ਦੇ ਅਮਲੇ ਵੀ ਨੇ, ਸੁਰੱਖਿਆ ਦੇ ਅਫਸਰ ਵੀ ਨੇ, ਉਹਨਾਂ ਨੂੰ ਵੀ ਸਾਰੀਆਂ ਧਾਰਮਿਕ ਰੀਤੀ ਰਿਵਾਜ਼ਾਂ ਦਾ ਪਤਾ ਹੁੰਦਾ ਹੈ। ਬਹੁਤ ਸੰਵੇਦਨਸ਼ੀਲ ਹੋ ਕੇ, ਬਹੁਤ ਜਾਗਰੂਕ, ਸੁਚੇਤ ਹੋ ਕੇ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਸੋ ਅਗਰ ਮੁੱਖ ਮੰਤਰੀ ਦੀ ਕੋਠੀ ਦੇ ਵਿੱਚ ਵਿਆਹ ਦਾ ਸਮਾਗਮ ਸੀ ਤੇ ਜਿਹੜੀ ਜਾਗਰੂਕਤਾ ਹੈ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਹੋਣੀ ਚਾਹੀਦੀ ਸੀ। ਔਰ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਇਹ ਸਾਰੇ ਸਵਾਲ ਜਦੋਂ ਉਹ ਮਿਲੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਾਂ ਮੈਂਬਰ SGPC ਪ੍ਰਧਾਨ ਨੂੰ ਮਿਲੇ, ਉਹਨਾਂ ਦੇ ਅੱਗੇ ਵੀ ਚੱਕੇ। ਔਰ ਅੱਗੇ ਵਧਣ ਤੋਂ ਪਹਿਲਾਂ ਇੱਕ ਵਾਰੀ ਗੱਲ ਵੀ ਸੁਣ ਲਈਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਹਰਜਿੰਦਰ ਸਿੰਘ ਧਾਮੀ ਉਹਨਾਂ ਦੀ, ਉਹ ਕੀ ਕਹਿਣਾ ਚਾਹ ਰਹੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਹਿਸੂਸ ਕੀਤਾ ਕਿ ਸਤਿਗੁਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਜਦੋਂ CM ਰੈਜ਼ੀਡੈਂਸ 'ਤੇ ਆਏ ਆ ਤੇ ਸਿਕਿਉਰਿਟੀ ਨੂੰ ਵੀ ਪਤਾ ਸੀ ਵੀ ਇਹਦੇ ਵਿੱਚ ਸਤਿਗੁਰ ਜੀ ਦੇ ਸਰੂਪ ਸੁਸ਼ੋਭਿਤ ਆ। ਉਹ ਜਿਵੇਂ ਸਾਰੀ ਚੈਕਿੰਗ ਕੀਤੀ ਉੱਥੇ, ਅਸੀਂ ਸਮਝਦੇ ਹਾਂ ਵੀ ਗੁਰੂਆਂ ਦਾ ਸਿੱਖ ਜਿਹੜੇ ਸਤਿਗੁਰ ਜੀ ਕਿਸੇ ਘਰ ਵਿੱਚ ਵਿਰਾਜਮਾਨ ਹੁੰਦੇ ਆ, ਸੁੱਖ ਤੇ ਪਰਿਵਾਰ ਚਾਅ ਦੇ ਨਾਲ ਸਤਿਗੁਰ ਜੀ ਦਾ ਵੈਲਕਮ ਵੀ ਕਰਦੇ ਆ, ਸਤਿਗੁਰ ਜੀ ਦੇ ਆਦਬ ਸਤਿਕਾਰ ਦੇ ਵਿੱਚ ਸਾਰੀਆਂ ਰਸਮਾਂ ਵੀ ਕਰਦੇ ਆ। ਤੇ ਉਹ ਜਿਹੜੀਆਂ ਅਸੀਂ ਲਾਉਨੇ ਆ ਉਹ ਸਤਿਕਾਰ ਨੂੰ ਸੱਟ ਵੱਜੀ ਆ। ਪਤਾ ਸੀ ਸਿਕਿਉਰਿਟੀ ਨੂੰ ਵੀ ਇਹਦੇ ਵਿੱਚ ਮਹਾਰਾਜ ਜੀ ਸੁਸ਼ੋਭਿਤ ਆ, ਫਿਰ ਉਹਦੀ ਚੈਕਿੰਗ ਕਰਨੀ। ਤੇ ਇਹ ਇਦਾਂ ਦੇ ਜਿਹੜੇ ਸਾਡੇ ਮਨ ਦੇ ਵਿੱਚ ਸੀਗੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋ WhatsApp ਤੇ ਵੀ ਤੇ ਉਵੇਂ ਵੀ ਬਹੁਤ ਕੁਝ ਆਇਆ। ਪਰ ਅਸੀਂ ਕਿਉਂਕਿ ਚਾਹੁੰਦੇ ਨਹੀਂ ਸੀ ਵੀ ਵਿਆਹ ਦੇ ਵਿੱਚ ਬੀਜ ਦਾ ਲੇਖਾ ਪਾਇਆ ਜਾਵੇ, ਕਿਉਂਕਿ ਵਿਆਹ ਉਹਨਾਂ ਦਾ ਤਾਜ਼ਾ ਹੋਇਆ ਸੀ, ਕਟਾਕਟ ਕਰਦੇ ਚੰਗੇ ਨਹੀਂ ਸੀ ਲੱਗਦੇ। ਹੁਣ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੂੰ ਬੇਨਤੀ ਕੀਤੀ ਆ ਕਿ ਇਹਨਾਂ ਨੂੰ ਜਿੰਨੇ ਵੀ ਸਤਿਗੁਰੂ ਜੀ ਦੇ, ਜਿੱਥੇ ਵੀ ਸਤਿਗੁਰੂ ਜੀ ਦੇ ਸਰੂਪ ਆਉਂਦੇ ਆ, ਉਹਨਾਂ ਨੂੰ ਗਾਈਡਲਾਈਨ ਦਿੱਤੀ ਜਾਵੇ ਤਾਂ ਕਿ ਸਤਿਗੁਰੂ ਜੀ ਦੇ ਜਿਹੜੇ ਪਵਿੱਤਰ ਸਰੂਪ ਆ ਉਹ ਜਿਹੜੇ ਘਰ ਵਿੱਚ ਆਉਂਦੇ ਆ, ਇੱਕ ਉਹ ਮਰਿਆਦਾ ਜਿਹੜੀ ਆ ਉਹ ਮਰਿਆਦਾ ਤੇ ਸਾਰਾ ਪਹਿਰਾ ਦੇਣ। ਸੋ ਜਿਹੜੇ ਵੱਡੇ ਆਗੂ ਨੇ, ਜਿਹੜੇ ਹਰਜਿੰਦਰ ਧਾਮੀ ਵੀ ਨੇ, SGPC ਦੇ ਪ੍ਰਧਾਨ ਨੇ ਜਾਂ ਹੋਰ SGPC ਮੈਂਬਰ ਵੀ ਨੇ, ਉਹਨਾਂ ਵੱਲੋਂ ਇਹ ਵੀ ਗੱਲ ਕੀਤੀ ਜਾ ਰਹੀ ਹੈ ਕਿ ਸੂਬੇ ਦੇ ਮੁੱਖ ਮੰਤਰੀ ਦੇ ਘਰ ਅਜਿਹਾ ਵਾਪਰਨਾ ਇਹ ਸੱਚਮੁੱਚ ਬਹੁਤ ਚਿੰਤਾ ਦਾ ਵਿਸ਼ਾ ਹੈ। ਕਿਉਂਕਿ ਕਿਸੇ ਵੀ ਸੂਬੇ ਦੇ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਹੈ ਕਿ ਉਹਨਾਂ ਦੇ ਰਾਜ ਦੇ ਵਿੱਚ ਹਰ ਧਰਮ, ਹਰ ਆਸਥਾ ਨਾਲ ਜੁੜਿਆ ਜਿਹੜਾ ਕੋਈ ਤਿਉਹਾਰ ਹੈ, ਕੋਈ ਆਸਥਾ ਨਾਲ ਜੁੜੀ ਕੋਈ ਵਿਸ਼ਾ ਵਸਤੂ ਹੈ, ਉਹਦਾ ਸਤਿਕਾਰ ਹੋਣਾ ਚਾਹੀਦਾ ਹੈ। ਸੋ ਕਿਤੇ ਨਾ ਕਿਤੇ ਇਹ ਇੱਕ ਉਲੰਘਣਾ ਦਾ ਵਿਸ਼ਾ ਬਣ ਗਿਆ ਔਰ ਮੰਗ ਇੱਥੋਂ ਤੱਕ ਵੀ ਹੋ ਰਹੀ ਹੈ ਕਿ ਹੁਣ ਮੁੱਖ ਮੰਤਰੀ ਸਾਹਿਬ ਕੀ ਇਸ ਮਾਮਲੇ ਦੇ ਵਿੱਚ ਕਿਸੇ ਨੂੰ ਜ਼ਿੰਮੇਦਾਰ ਠਹਿਰਾਉਣਗੇ, ਕਿਸੇ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਏਗੀ, ਕਿਉਂਕਿ ਕਿਸੇ ਦੀ ਜ਼ਿੰਮੇਵਾਰੀ ਤਾਂ ਹੋਣੀ ਹੈ ਨਾ। ਡੱਲਾ ਜੀ, ਦੂਸਰੇ ਪਾਸੇ ਰਾਘਵ ਚੱਡਾ ਦੇ ਉੱਪਰ ਵਿਰੋਧੀਆਂ ਦੇ ਨਿਸ਼ਾਨੇ ਖਤਮ ਹੀ ਨਹੀਂ ਹੋ ਰਹੇ, ਵਿਰੋਧੀਆਂ ਦੇ ਸਵਾਲ ਖਤਮ ਨਹੀਂ ਹੋ ਰਹੇ, ਲਗਾਤਾਰ ਸਵਾਲ ਵੱਧਦੇ ਹੀ ਜਾ ਰਹੇ ਨੇ। ਸੋ ਸੁਖਪਾਲ ਖਹਿਰਾ ਤੇ ਵਿਰੋਧੀ ਧਿਰਾਂ ਦੇ ਹੋਰ ਜਿਹੜੇ ਆਗੂ ਨੇ, ਉਹਨਾਂ ਦਾ ਇਹ ਕਹਿਣਾ ਹੈ ਕਿ ਦਿੱਲੀ ਦੀ ਜੋ ਲੀਡਰਸ਼ਿਪ ਹੈ ਉਹ ਕਿਤੇ ਨਾ ਕਿਤੇ ਰਾਘਵ ਚੱਡਾ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੀ ਹੈ। ਸੋ ਵਿਰੋਧੀਆਂ ਦੇ ਇਸ ਤਰ੍ਹਾਂ ਦੇ ਸਵਾਲਾਂ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ? ਦੇਖੋ, ਵਿਰੋਧੀਆਂ ਦੇ ਸਵਾਲ ਹਰਜੋਤ ਜੀ ਬੜੇ ਸਪਸ਼ਟ ਨੇ ਕਿ
ਉਹਨਾਂ ਨੂੰ ਇਹ ਬਰਦਾਸ਼ਤ ਨਹੀਂ ਹੈ ਕਿ ਰਾਘਵ ਚੱਡਾ ਜੀ ਸਲਾਹਕਾਰ ਕਮੇਟੀ ਦੇ ਚੇਅਰਮੈਨ ਬਣ ਗਏ। ਹਾਲਾਂਕਿ ਮੀਤ ਹੇਅਰ ਦੀ ਮੈਨੂੰ ਗੱਲ ਬੜੀ ਚੰਗੀ ਲੱਗੀ ਸੀ। 2 ਦਿਨ ਪਹਿਲਾਂ ਮੀਤ ਹੇਅਰ ਉਹਨਾਂ ਨੇ ਬਿਆਨ ਦਿੱਤਾ ਸੀ ਕਿ ਪ੍ਰਸ਼ਾਂਤ ਕਿਸ਼ੋਰ ਕੀ ਸਨ, ਔਰ ਪ੍ਰਸ਼ਾਂਤ ਕਿਸ਼ੋਰ ਵੀ ਅਸੀਂ ਦੇਖਿਆ ਕਿ ਪੰਜਾਬ ਦੇ ਉਸ ਵੇਲੇ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ ਸਲਾਹਕਾਰ ਬਣਾਇਆ ਸੀ, ਕੈਬਨਿਟ ਰੈਂਕ ਦਿੱਤਾ ਸੀ, ਸਰਕਾਰੀ ਕੋਠੀ, ਅਮਲਾ, ਦਫ਼ਤਰ ਸਭ ਕੁਝ ਦਿੱਤਾ ਸੀ। ਸੋ ਇਸ ਕਰਕੇ ਪੁਰਾਣੀਆਂ ਸਰਕਾਰਾਂ ਵਾਲੇ ਵੀ ਇਹ ਕਰਦੇ ਰਹੇ ਨੇ। ਹਾਲਾਂਕਿ ਕੱਲ ਸੁਖਪਾਲ ਖਹਿਰਾ ਨੇ ਵੀ ਇੱਕ ਵੀਡੀਓ ਵੀ ਜਾਰੀ ਕੀਤੀ। ਸੁਖਪਾਲ ਖਹਿਰਾ ਨੇ ਇੱਥੋਂ ਤੱਕ ਕਹਿਤਾ ਕਿ ਕਿਤੇ ਨਾ ਕਿਤੇ ਇਹਦੇ ਨਾਲ ਪੰਜਾਬੀਆਂ ਦਾ ਅਪਮਾਨ ਹੈ। ਰਾਘਵ ਚੱਡਾ ਦੇ ਨੂੰ ਬੈਕਡੋਰ ਤੋਂ ਕਿਤੇ ਨਾ ਕਿਤੇ ਮੁੱਖ ਮੰਤਰੀ ਬਣਾਉਣ ਦੀਆਂ ਯੋਜਨਾਵਾਂ ਨੇ, ਅਰਵਿੰਦ ਕੇਜਰੀਵਾਲ ਦੀਆਂ ਜਾਂ ਦਿੱਲੀ ਦੀਆਂ। ਸੁਖਪਾਲ ਖਹਿਰਾ ਬੜੇ ਸਤਿਕਾਰਯੋਗ ਲੀਡਰ ਨੇ, ਪੰਜਾਬ ਦੇ ਮੁੱਦਿਆਂ ਨੂੰ ਵੀ ਬਹੁਤ ਚੱਕਦੇ ਨੇ। ਮੈਨੂੰ ਇਹ ਲੱਗਦਾ ਹੈ ਕਿ ਵਿਰੋਧੀ ਧਿਰਾਂ, ਭਾਵੇਂ ਸੁਖਪਾਲ ਖਹਿਰਾ ਜੀ ਨੇ ਜਾਂ ਹੋਰ ਲੀਡਰ ਨੇ, ਇਹ ਸਾਨੂੰ ਸਾਰਿਆਂ ਨੂੰ ਸਪਸ਼ਟ ਹੋ ਚੁੱਕਿਆ ਹੈ ਕਿ ਕਾਫੀ ਵਿਰੋਧ ਹੋਇਆ ਇਸ ਮਸਲੇ ਦਾ, ਰਾਘਵ ਚੱਡਾ ਜੀ ਦੀ ਨਿਯੁਕਤੀ ਦਾ। ਪਰ ਮੈਨੂੰ ਇਹ ਲੱਗਦਾ ਕਿ ਭਾਵੇਂ ਸੁਖਪਾਲ ਖਹਿਰਾ ਜੀ ਨੇ ਜਾਂ ਹੋਰ ਵਿਰੋਧੀ ਧਿਰਾਂ ਨੇ, ਮੈਨੂੰ ਲੱਗਦਾ ਕਿ ਇਸ ਵਿਰੋਧ ਨੂੰ ਹੁਣ ਸਾਨੂੰ ਬੰਦ ਕਰਨ ਦੀ ਲੋੜ ਹੈ। ਉਹ ਇਸ ਕਰਕੇ ਕਿਉਂਕਿ ਪੰਜਾਬ ਦੇ ਲੋਕਾਂ ਨੇ 92 ਸੀਟਾਂ ਦਿੱਤੀਆਂ। ਪੰਜਾਬ ਦੇ ਲੋਕਾਂ ਨੇ 92 ਸੀਟਾਂ ਦਿੱਤੀਆਂ। ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਪੰਜਾਬ 'ਚੋਂ ਹੀ ਰਾਜ ਸਭਾ 'ਚ ਭੇਜਤਾ, ਅਤੇ ਜੇ ਉਹਨਾਂ ਨੂੰ ਸਲਾਹਕਾਰ ਨਿਯੁਕਤ ਕਰਤਾ ਤੇ ਸਾਨੂੰ ਇੰਤਜ਼ਾਰ ਕਰਨਾ ਚਾਹੀਦਾ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਕਿਸ ਰੂਪ 'ਚ ਨਿਭਾਉਂਦੇ ਨੇ। ਔਰ ਜਿਹੜੇ ਇਹ ਇਲਜ਼ਾਮ ਨੇ ਕਿ ਭਗਵੰਤ ਮਾਨ ਦੀ ਥਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਰਾਘਵ ਚੱਡਾ ਜੀ ਨੂੰ ਮੁੱਖ ਮੰਤਰੀ ਬਣਾਉਣ ਦੀ ਯੋਜਨਾ ਹੈ, ਮੈਨੂੰ ਲੱਗਦਾ ਉਹ ਹਜੇ ਇਹਨਾਂ ਚੀਜ਼ਾਂ ਦੇ ਉੱਤੇ ਆਪਣੀ ਊਰਜਾ ਮੈਨੂੰ ਲੱਗਦਾ ਹਜੇ ਵਿਅਰਥ ਨਹੀਂ ਕਰਨੀ ਚਾਹੀਦੀ, ਕਿਉਂਕਿ ਇਹ ਆਮ ਆਦਮੀ ਪਾਰਟੀ ਦਾ ਅੰਦਰੂਨੀ ਮਾਮਲਾ ਤਾਂ ਬਣ ਗਿਆ। ਉਂਝ ਵੀ ਕੋਈ ਧਿਰ ਜਦੋਂ ਸੱਤਾ 'ਚ ਹੋਵੇ ਤੇ ਉਹ ਬਹੁਤ ਸਾਰੇ ਫੈਸਲੇ ਅਜਿਹੇ ਕਰਦੀ ਹੈ ਜਿਹੜੇ ਫੈਸਲੇ ਕਈ ਵਾਰੀ ਦੇਖਣ ਨੂੰ ਹੈਰਾਨਕੁੰਨ ਲੱਗਦੇ ਨੇ। ਹੋ ਸਕਦਾ ਹੈ ਉਹਨਾਂ ਦਾ ਨੁਕਸਾਨ ਨਾ ਹੋਵੇ। ਸੁਖਪਾਲ ਖਹਿਰਾ ਬੜੇ ਸਿਆਣੇ ਨੇ, ਪੰਜਾਬ ਦੇ ਮੁੱਦਿਆਂ ਦੀ ਲੜਾਈ ਲੜਦੇ ਨੇ। ਹਮੇਸ਼ਾ ਸੁਖਪਾਲ ਖਹਿਰਾ ਨੇ ਜਿਹੜੇ ਨੇ ਉਹਨਾਂ ਨੇ ਵਕਾਲਤ ਕੀਤੀ ਹੈ ਪੰਜਾਬ ਪੱਖੀ। ਆਮ ਆਦਮੀ ਪਾਰਟੀ ਤੋਂ ਉਹਨਾਂ ਦੇ ਵੱਖਰੇ ਹੋਣ ਦਾ ਕਾਰਨ ਵੀ ਇਹ ਸੀ, ਜਿਹੜਾ ਉਹਨਾਂ ਨੂੰ ਇੱਕ ਟਵੀਟ ਦੇ ਜ਼ਰੀਏ ਲੀਡਰ ਆਫ ਓਪੋਜੀਸ਼ਨ ਦੇ ਅਹੁਦੇ ਤੋਂ ਹਟਾਇਆ ਗਿਆ ਸੀ, ਕਿ ਉਹ ਪ੍ਰੋ ਪੰਜਾਬ ਕੰਮ ਕਰਦੇ ਰਹੇ, ਪੰਜਾਬ ਦੇ ਮੁੱਦਿਆਂ 'ਤੇ ਕੰਮ ਕਰਦੇ ਰਹੇ, ਉਹ ਖੁਦ ਮੁਖਤਿਆਰੀ ਦੀ ਗੱਲ ਕਰਦੇ ਰਹੇ ਪੰਜਾਬ ਦੀ। ਹਾਲਾਂਕਿ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਵੀ ਉਹ ਸਾਰੀਆਂ ਗੱਲਾਂ ਕਰ ਰਹੇ ਹਾਂ, ਪਰ ਮੈਨੂੰ ਲੱਗਦਾ ਹੈ ਕਿ ਜਿੰਨਾ ਕੰਮ ਆਮ ਆਦਮੀ ਪਾਰਟੀ ਦੇ ਵੇਲੇ LOP ਹੁੰਦੇ ਹੋਏ ਸੁਖਪਾਲ ਖਹਿਰਾ ਨੇ ਕੀਤਾ ਸੀ, ਉਹ ਹਮੇਸ਼ਾ ਇਤਿਹਾਸ 'ਚ ਯਾਦ ਰਹੂਗਾ। ਪਰ ਰਾਘਵ ਚੱਡਾ ਜੀ ਦਾ ਵਿਰੋਧ ਭਾਵੇਂ ਸੁਖਪਾਲ ਖਹਿਰਾ ਨੇ, ਭਾਵੇਂ ਪ੍ਰਗਟ ਸਿੰਘ ਨੇ ਜਾਂ ਦੂਸਰੇ ਲੀਡਰ ਨੇ, ਅਗਰ ਜ਼ਰੂਰਤ ਤੋਂ ਵੱਧ ਕਰਨਗੇ ਤਾਂ ਕਿਤੇ ਨਾ ਕਿਤੇ ਉਹਦੇ ਨਾਲ ਇੱਕ ਸਿਆਸੀ ਕੜੱਤਣ ਵਾਲੀ ਗੱਲ ਨਜ਼ਰ ਆਉਣ ਨਾ ਲੱਗ ਜੇ ਕਿਤੇ। ਇਹ ਵੀ ਸਾਨੂੰ ਸੰਕੋਚ ਕਰਨ ਦੀ ਲੋੜ ਹੈ। ਮੈਨੂੰ ਲੱਗਦਾ ਹੈ ਜਿਹੜੇ ਪੰਜਾਬ ਦੇ ਵੱਡੇ ਲੀਡਰ ਨੇ ਉਹਨਾਂ ਨੂੰ, ਮੇਰਾ ਇਹ ਮੰਨਣਾ, ਬਾਕੀ ਉਹਨਾਂ ਦੀ ਆਪਣੀ ਰਾਏ ਹੈ, ਉਹ ਖੁਦ ਮੁਖਤਾਰ ਨੇ, ਖੁਦ ਸਿਆਣੇ ਨੇ ਉਹ। ਅੱਛਾ, ਇਸ ਮਾਮਲੇ ਦਾ ਇੱਕ ਪੱਖ ਹੋਰ ਵੀ ਹੈ। ਕਈ ਲੋਕ ਵਿਰੋਧੀ ਧਿਰਾਂ ਵਾਲੇ ਇਸ ਮੁੱਦੇ ਨੂੰ ਸੁਖਪਾਲ ਖਹਿਰਾ ਦੇ ਸਲਾਹਕਾਰ ਬਣਨ ਨੂੰ ਇੰਜ ਪ੍ਰਚਾਰ ਰਹੇ ਨੇ ਕਿ ਅਸੀਂ ਕਿਤੇ ਨਾ ਕਿਤੇ ਇੱਕ ਦਰਾਰ ਪੈਦਾ ਕਰੀਏ ਦਿੱਲੀ ਦੀ ਪਾਰਟੀ 'ਚ ਤੇ ਭਗਵੰਤ ਮਾਨ ਦੇ ਵਿੱਚ, ਕਿਉਂਕਿ ਵਿਰੋਧੀਆਂ ਦੀ ਮਨਸ਼ਾ ਹੁੰਦੀ ਹੈ ਕਿ ਸੱਤਾਧਾਰੀ ਪਾਰਟੀ ਕਮਜ਼ੋਰ ਹੋਵੇ। ਇਸ ਕਰਕੇ ਕਈ ਵਾਰੀ ਇਸ ਰਣਨੀਤੀ ਨਾਲ ਵੀ ਉਹਨਾਂ ਦੇ ਇਲਜ਼ਾਮ ਹੋ ਸਕਦੇ ਨੇ ਕਿ ਰਾਘਵ ਚੱਡਾ ਜੀ ਨੂੰ ਮੁੱਖ ਮੰਤਰੀ ਬਣਾਉਣਾ ਆਉਣ ਵਾਲੇ ਸਮੇਂ, ਤਾਂ ਕਿ ਭਗਵੰਤ ਮਾਨ ਜੀ ਹੁਣੇ ਸੁਚੇਤ ਹੋ ਜਾਣ। ਪਰ ਜਿੱਥੋਂ ਤੱਕ ਮੈਂ ਦੇਖਦਾ, ਰਾਘਵ ਚੱਡਾ ਜੀ ਜਿਵੇਂ ਛੋਟੇ ਭਰਾ ਦੀ ਭੂਮਿਕਾ 'ਚ ਨਜ਼ਰ ਆਉਂਦੇ ਨੇ ਭਗਵੰਤ ਮਾਨ ਉਹਨਾਂ ਦੇ ਵਿਆਹ ਦੇ ਵਿੱਚ ਵੀ ਉਹਨਾਂ ਨੇ ਕਿਵੇਂ ਛੋਟੇ ਭਰਾ ਦੀ ਤਰ੍ਹਾਂ ਕੰਮ ਵੀ ਕੀਤਾ, ਖੁਸ਼ੀ ਉਹਨਾਂ ਦੀ ਅਸੀਂ ਦੇਖੀ ਰਾਘਵ ਚੱਡਾ ਜੀ ਦੀ। ਸੋ ਦੇਖਣ ਨੂੰ ਹਾਲ ਦੀ ਘੜੀ ਇਸ ਤਰ੍ਹਾਂ ਨਹੀਂ ਲੱਗਦਾ ਕਿ ਰਾਘਵ ਚੱਡਾ ਔਰ ਭਗਵੰਤ ਮਾਨ ਦੇ ਵਿੱਚ ਕੋਈ ਦੂਰੀ ਹੋਵੇ, ਕਿਉਂਕਿ ਦੋਨੇ ਬੜੇ ਪੁਰਾਣੇ ਆਪਸ 'ਚ ਜਾਣਕਾਰ ਨੇ ਆਮ ਆਦਮੀ ਪਾਰਟੀ ਦੇ ਵਿੱਚ। ਪਰ ਵਿਰੋਧੀਆਂ ਦੀ ਰਣਨੀਤੀ ਹੁੰਦੀ ਹੈ ਹਰਜੋਤ ਜੀ, ਵਿਰੋਧੀ ਕਿਤੇ ਨਾ ਕਿਤੇ ਇਸ ਰਣਨੀਤੀ ਨਾਲ ਅੱਗੇ ਵਧ ਰਹੇ ਹੋਣੇ ਕਿ ਅਸੀਂ ਰਾਘਵ ਚੱਡਾ ਜੀ ਨੂੰ ਟਾਰਗੇਟ ਕਰਦੇ ਹਾਂ ਕਿ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਜਾ ਸਕਦਾ ਭਵਿੱਖ 'ਚ, ਉਹਦੇ ਨਾਲ ਪੰਜਾਬ ਦਾ ਅਪਮਾਨ ਹੋਊਗਾ, ਪੰਜਾਬ ਦੇ ਲੋਕਾਂ ਨੇ ਤਾਂ ਵੋਟਾਂ ਭਗਵੰਤ ਮਾਨ ਨੂੰ ਪਾਈਆਂ, ਦਿੱਲੀ ਨੂੰ ਨਹੀਂ ਪਾਈਆਂ। ਇਸ ਤਰੀਕੇ ਦੇ ਵੀ ਇਲਜ਼ਾਮ ਵਿਰੋਧੀ ਲਾਉਂਦੇ ਨੇ। ਕਈ ਵਾਰੀ ਇੱਕ ਰਣਨੀਤੀ ਦਾ ਹਿੱਸਾ ਵੀ ਹੁੰਦਾ ਤਾਂ ਕਿ ਭਗਵੰਤ ਮਾਨ ਔਰ ਰਾਘਵ ਚੱਡਾ ਜੀ ਦੇ ਵਿਚਾਲੇ ਕੋਈ ਦਰਾਰ ਪੈਦਾ ਕੀਤੀ ਜਾਵੇ। ਇਹ ਵੀ ਸਿਆਸੀ ਰਣਨੀਤੀਆਂ ਹੋ ਸਕਦੀਆਂ ਨੇ। ਡੱਲਾ ਜੀ, ਇੱਕ ਗੱਲ ਸੁਖਪਾਲ ਖਹਿਰਾ ਦੀ ਹੀ ਕਰੀਏ ਤਾਂ ਸੁਖਪਾਲ ਖਹਿਰਾ ਨੂੰ ਕਾਂਗਰਸ ਪਾਰਟੀ ਵੱਲੋਂ ਆਲ ਇੰਡੀਆ ਕਿਸਾਨ ਕਮੇਟੀ ਦਾ ਚੇਅਰਮੈਨ ਬਣਾ ਦਿੱਤਾ ਗਿਆ। ਤੁਸੀਂ ਕਾਂਗਰਸ ਪਾਰਟੀ ਦੇ ਇਸ ਫੈਸਲੇ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਬਿਲਕੁਲ ਜੀ, ਆਲ ਇੰਡੀਆ ਕਾਂਗਰਸ ਕਿਸਾਨ ਕਮੇਟੀ ਦਾ, ਅਸੀਂ ਕਹਿ ਸਕਦੇ ਹਾਂ ਆਲ ਇੰਡੀਆ ਕਿਸਾਨ ਕਾਂਗਰਸ ਦਾ
ਉਹਨਾਂ ਨੂੰ ਚੇਅਰਮੈਨ ਲਾਇਆ ਗਿਆ ਹੈ। ਇਹ ਆਪਣੇ ਆਪ ਦੇ ਵਿੱਚ ਸੁਖਪਾਲ ਖਹਿਰਾ ਉਹਨਾਂ ਦੇ ਲਈ ਵੱਡੀ ਖੁਸ਼ਖਬਰੀ ਹੈ, ਇੱਕ ਵੱਡੀ ਜ਼ਿੰਮੇਵਾਰੀ ਹੈ। ਦੇਖੋ, ਕਿਸਾਨ ਅੰਦੋਲਨ ਦੇ ਵਿੱਚ ਵੀ ਅਸੀਂ ਸੁਖਪਾਲ ਖਹਿਰਾ ਜੀ ਦੀ ਭੂਮਿਕਾ ਦੇਖੀ, ਬਹੁਤ ਚੰਗੇ ਤਰੀਕੇ ਦੇ ਨਾਲ ਉਹਨਾਂ ਨੇ ਆਪਣੀ ਭੂਮਿਕਾ ਅਦਾ ਕੀਤੀ। ਔਰ ਸੁਖਪਾਲ ਖਹਿਰਾ ਇੱਕ ਅਜਿਹੇ ਲੀਡਰ ਸੀ ਜਿਨ੍ਹਾਂ ਨੂੰ ਕਿਸੇ ਵੀ ਕਿਸਾਨ ਸੰਗਠਨ ਨੇ ਜਿਨ੍ਹਾਂ ਦਾ ਆਉਣ 'ਤੇ ਵਿਰੋਧ ਨਹੀਂ ਕੀਤਾ, ਖੁੱਲ੍ਹ ਕੇ ਸਰਗਰਮ ਰਹੇ ਸੁਖਪਾਲ ਖਹਿਰਾ। ਸੋ ਕਾਂਗਰਸ ਨੇ ਵੀ ਇਹੀ ਸੋਚ ਕੇ ਉਹਨਾਂ ਨੂੰ ਚੇਅਰਮੈਨ ਦੇ ਅਹੁਦੇ 'ਤੇ ਭੇਜਿਆ ਕਿ ਦੇਸ਼ ਭਰ ਦੇ ਕਿਸਾਨਾਂ ਦੇ ਵਿੱਚ ਸੁਖਪਾਲ ਖਹਿਰਾ ਉਹਨਾਂ ਦਾ ਇੱਕ ਚੰਗਾ ਰੁਤਬਾ ਹੈ, ਇੱਕ ਕਿਸਾਨਾਂ ਦੇ ਹੱਕ ਦੇ ਲੀਡਰ ਦੇ ਤੌਰ 'ਤੇ ਉਹਨਾਂ ਦੀ ਛਵੀ ਉੱਭਰੀ ਹੈ। ਔਰ ਹੁਣ ਪੰਜਾਬ ਦੇ ਵਿੱਚ ਵੀ ਜਦੋਂ ਭਗਵੰਤ ਮਾਨ ਦੀ ਸਰਕਾਰ ਦਾ ਫੋਕਸ ਕਿਸਾਨੀ ਹੈ, ਔਰ ਜਿਵੇਂ ਪੰਜਾਬ ਦੇ ਵਿੱਚ ਕਿਸਾਨਾਂ ਨਾਲ ਜੁੜੀਆਂ ਸਮੱਸਿਆਵਾਂ ਬਹੁਤ ਹੈ, ਅਤੇ ਸੁਖਪਾਲ ਖਹਿਰਾ ਉਹਨਾਂ ਕੋਲ ਇੱਕ ਵੱਡਾ ਮੌਕਾ ਹੈ ਕਿ ਉਹ ਕਿਸਾਨਾਂ ਨਾਲ ਜੁੜੇ ਮੁੱਦਿਆਂ ਨੂੰ ਉਭਾਰਨਗੇ ਔਰ ਕਿਸਾਨਾਂ ਦੇ ਲਈ ਸੰਘਰਸ਼ ਵੀ ਕਰਨਗੇ। ਸੋ ਇਹ ਸੁਖਪਾਲ ਖਹਿਰਾ ਉਹਨਾਂ ਨੂੰ ਇੱਕ ਨਵਾਂ ਚੈਲੰਜ ਵੀ ਮਿਲਿਆ ਔਰ ਇੱਕ ਨਵੀਂ ਜ਼ਿੰਮੇਵਾਰੀ ਵੀ ਮਿਲੀ, ਅਸੀਂ ਕਹਿ ਸਕਦੇ। ਡੱਲਾ ਜੀ, ਹੁਣ ਲੱਗਦਾ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਸ਼ਾਨੇ ਤੇ ਨੇ, ਭਗਵੰਤ ਮਾਨ ਦੇ ਰਿਡਾਰ ਤੇ ਨੇ, ਕਿਉਂਕਿ ਖਬਰਾਂ ਇਹ ਨੇ ਕਿ ਜੋ ਮੁੱਖ ਮੰਤਰੀ ਰਹਿੰਦਿਆਂ ਚਰਨਜੀਤ ਸਿੰਘ ਚੰਨੀ ਨੇ 142 ਕਰੋੜ ਦੀਆਂ ਗ੍ਰਾਂਟਾਂ ਜਾਰੀ ਕੀਤੀਆਂ ਸੀ। ਉਸ ਨੂੰ ਲੈ ਕੇ ਹੁਣ ਭਗਵੰਤ ਮਾਨ ਨੇ ਜਾਂਚ ਕਮੇਟੀ ਜੋ ਹੈ ਗਠਿਤ ਕਰ ਦਿੱਤੀ ਹੈ। ਸੋ ਤੁਸੀਂ ਕੀ ਕਹਿਣਾ ਚਾਹੋਗੇ ਇਸ ਖਬਰ ਦੇ ਉੱਪਰ? ਦੇਖੋ, ਚਰਨਜੀਤ ਚੰਨੀ ਜੀ ਦੇ ਰਾਜ ਦੇ ਵਿੱਚ ਕੋਡ ਆਫ ਕੰਡਕਟ ਲੱਗਣ ਤੋਂ ਪਹਿਲਾਂ ਜਿਹੜੀਆਂ ਗ੍ਰਾਂਟਾਂ ਵੰਡੀਆਂ ਗਈਆਂ ਸੀ, ਇਹ ਉਹ ਮਾਮਲਾ ਬਾਹਰ ਆਇਆ। ਹਰਜੋਤ ਜੀ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਜਾਂਚ ਕਮੇਟੀ ਬਣਾਈ ਹੈ ਜਿਹੜੀ ਜਾਂਚ ਕਰੇਗੀ ਕਿ ਇਹ ਗ੍ਰਾਂਟਾਂ ਕਿਵੇਂ ਵੰਡੀਆਂ ਗਈਆਂ। 142 ਕਰੋੜ ਦੇ ਗ੍ਰਾਂਟ ਦਾ ਮਸਲਾ ਹੈ, ਸ਼੍ਰੀ ਅਨੰਦਪੁਰ ਸਾਹਿਬ ਨੂੰ ਇਹ ਜਾਰੀ ਹੋਈਆਂ, ਔਰ ਕਹਿੰਦੇ ਕਿ ਇਹਦੇ ਚੋਂ 60% ਇਲਜ਼ਾਮ ਹੈ ਕਿ ਇੱਕ ਵੱਡਾ ਹਿੱਸਾ ਚਰਨਜੀਤ ਚੰਨੀ ਸਾਹਿਬ ਦੇ ਹਲਕੇ ਦੇ ਵਿੱਚ ਗਿਆ। ਔਰ ਇਹਨਾਂ ਦੀ ਵਰਤੋਂ ਕਿਵੇਂ ਹੋਈ, ਕਿੰਨਾ ਹਾਲਾਤਾਂ ਦੇ ਵਿੱਚ ਇਹ ਗ੍ਰਾਂਟਾਂ ਦਿੱਤੀਆਂ ਗਈਆਂ, ਕੀ ਇਹਨਾਂ ਦੇ ਵਿੱਚ ਕੋਈ ਗੜਬੜੀ ਤਾਂ ਨਹੀਂ ਹੋਈ, ਕੀ ਉਹ ਸਾਰਾ ਪੈਸਾ ਸਦਉਪਯੋਗ ਹੋਇਆ ਜਿੰਨਾ ਵੀ ਹੋਇਆ ਉਸ ਵੇਲੇ। ਇਹ ਸਾਰੇ ਮਸਲੇ ਨੇ ਜਿਹੜੇ ਇਹ ਜਾਂਚ ਕਮੇਟੀ ਹੈ ਜਿਹੜੀ ਵਿਚਾਰੂਗੀ। ਔਰ ਸਾਨੂੰ ਇਹ ਵੀ ਪਤਾ ਹੈ ਕਿ ਚਰਨਜੀਤ ਚੰਨੀ ਸਾਹਿਬ ਇਸ ਵੇਲੇ ਪੰਜਾਬ 'ਚ ਨਹੀਂ ਹੈ, ਜਿੱਥੋਂ ਤੱਕ ਜਾਣਕਾਰੀ ਹੈ ਉਹ 7 ਸਮੁੰਦਰੋਂ ਪਾਰ ਗਏ ਹੋਏ ਨੇ। ਸੋ ਜ਼ਰੂਰ ਕੋਈ ਨਾ ਕੋਈ ਮਸਲਾ ਦੂਜੇ ਮੁਲਕ ਦੇ ਵਿੱਚ ਉਲਝਿਆ ਹੋਣਾ। ਚਰਨਜੀਤ ਚੰਨੀ ਸਾਹਿਬ ਉੱਥੇ ਪਹੁੰਚ ਗਏ, ਪਰ ਪੰਜਾਬ 'ਚ ਵੀ ਕਈ ਮਸਲੇ ਉਲਝੇ ਪਏ ਨੇ। ਚੰਨੀ ਸਾਹਿਬ, ਮੈਨੂੰ ਇਹ ਲੱਗਦਾ ਕਿ ਅਗਰ ਪੰਜਾਬ 'ਚ ਹੁੰਦੇ ਚੰਨੀ ਸਾਹਿਬ, ਤੇ ਇਹ ਮਸਲੇ ਜਿਹੜੇ ਨੇ ਇਹਨਾਂ ਦੇ ਉੱਤੇ ਕੋਈ ਆਪਣੀ ਰਾਏ ਰੱਖ ਸਕਦੇ ਸੀ। ਹੁਣ ਅਸੀਂ ਆਸ ਕਰਾਂਗੇ ਕਿ ਉਹ ਅਗਰ 7 ਸਮੁੰਦਰ ਪਾਰ ਵੀ ਨੇ ਤੇ ਜ਼ਰੂਰ ਆਪਣੀ ਗੱਲ ਕੋਈ ਨਾ ਕੋਈ ਚਰਨਜੀਤ ਚੰਨੀ ਜੀ ਇਸ ਮਸਲੇ ਦੇ ਉੱਤੇ ਵੀ ਰੱਖਣ, ਇਹਨਾਂ ਗ੍ਰਾਂਟਾਂ ਦੇ ਮਸਲਿਆਂ ਤੇ ਵੀ ਰੱਖਣ। ਉਂਝ ਜਿਹੜੇ ਜਿੱਤੇ ਨੇ, ਜਿਨ੍ਹਾਂ ਨੇ ਚਮਕੌਰ ਸਾਹਿਬ ਵਿਖੇ ਚਰਨਜੀਤ ਚੰਨੀ ਜੀ ਨੂੰ ਹਰਾਇਆ, ਉਹ ਵੀ ਚਰਨਜੀਤ ਚੰਨੀ ਸਾਹਿਬ ਨੇ, ਉਹ ਵੀ ਡਾਕਟਰ ਚਰਨਜੀਤ ਚੰਨੀ ਸਾਹਿਬ ਨੇ। ਔਰ ਇਹ ਵੀ ਉੱਥੇ ਚਰਚਾਵਾਂ ਖੂਬ ਹੋ ਰਹੀਆਂ ਸੀ। ਮੀਤ ਹੈਰ ਉਹਨਾਂ ਵੱਲੋਂ ਸਪੋਰਟਸ ਕਿੱਟਾਂ ਦਾ ਵੀ ਜਾਂਚ ਦੇ ਹੁਕਮ ਦਿੱਤੇ ਗਏ ਨੇ ਵਿਜੀਲੈਂਸ ਬਿਊਰੋ ਨੂੰ, ਕਿਉਂਕਿ ਇਲਜ਼ਾਮ ਇਹ ਲੱਗੇ ਸੀ ਕਿ ਚਰਨਜੀਤ ਚੰਨੀ ਜੀ ਦੇ ਹਲਕੇ ਦੇ ਵਿੱਚ ਵੀ ਬਹੁਤ ਸਾਰੀਆਂ ਖੇਡ ਕਿੱਟਾਂ ਅਚਾਨਕ ਵੰਡੀਆਂ ਗਈਆਂ। ਸੋ ਇਹ ਆਉਂਦੇ ਦਿਨਾਂ ਦੇ ਵਿੱਚ ਪਤਾ ਲੱਗੂਗਾ। ਵਿਜੀਲੈਂਸ ਬਿਊਰੋ ਵੱਲੋਂ ਇੱਕ ਤੋਂ ਬਾਅਦ ਇੱਕ ਮਾਮਲਿਆਂ ਦੇ ਵਿੱਚ ਜਾਂਚ ਵੀ ਹੋ ਰਹੀ ਹੈ ਔਰ ਵੱਖ-ਵੱਖ ਲੀਡਰਾਂ ਦੀ ਗ੍ਰਿਫਤਾਰੀ ਵੀ ਹੋ ਰਹੀ ਹੈ। ਕੱਲ੍ਹ ਦਲਜੀਤ ਸਿੰਘ ਗਿਲਜੀਆਂ ਉਹਨਾਂ ਨੂੰ ਵੀ ਪੇਸ਼ ਕੀਤਾ ਗਿਆ ਸੀ, ਜਿਹੜੇ ਸੰਗਤ ਸਿੰਘ ਗਿਲਜੀਆਂ ਦੇ ਭਤੀਜੇ ਨੇ, ਔਰ ਉਹਨਾਂ ਦੀ ਜਿਹੜੀ ਇੱਕ ਗੱਡੀ ਵੀ ਮਿਲੀ ਆ ਉਹਨਾਂ ਦੇ ਘਰ ਸੀ, ਉਹਦੇ 'ਤੇ MLA ਦਾ ਜਿਹੜਾ ਸਟੀਕਰ ਲੱਗਿਆ ਸੀ, ਉਹਦੇ 'ਤੇ ਵੀ ਕਾਫੀ ਜ਼ਿਆਦਾ ਜਿਹੜਾ ਹੈਗਾ ਮੀਡੀਆ ਦੇ ਵਿੱਚ ਸ਼ੋਰ ਸੀ। ਹਾਲਾਂਕਿ ਕੱਲ੍ਹ ਉਹਨਾਂ ਨੂੰ ਜਦੋਂ ਪੇਸ਼ ਕੀਤਾ ਗਿਆ ਤੇ 2 ਦਿਨ ਦਾ ਜਿਹੜਾ ਰਿਮਾਂਡ ਹੈ, 3 ਦਿਨ ਦੇ ਪੁਲਿਸ ਰਿਮਾਂਡ 'ਤੇ ਉਹਨਾਂ ਨੂੰ ਭੇਜਿਆ ਗਿਆ। ਔਰ ਉੱਥੋਂ ਜਿਹੜੇ ਬਚਾਅ ਪੱਖ ਦੇ ਵਕੀਲ ਸੀ ਉਹਨਾਂ ਨੇ ਕਈ ਗੱਲਾਂ ਕਲੀਅਰ ਕੀਤੀਆਂ। MLA ਦੇ ਸਟੀਕਰ ਦੇ ਮਸਲੇ 'ਤੇ ਵੀ ਉਹਨਾਂ ਨੇ ਗੱਲ ਕੀਤੀ, ਔਰ ਉਹਨਾਂ ਕੋਲੋਂ ਕੀ ਕੋਈ ਚੀਜ਼ ਬਰਾਮਦ ਹੋਈ ਹੈ ਇਹਦੇ 'ਤੇ ਵੀ ਉਹਨਾਂ ਨੇ ਸਪਸ਼ਟਤਾ ਦੇ ਨਾਲ ਦੱਸਿਆ। ਸੋ ਉਹਨਾਂ ਦਾ ਤਾਂ ਇਹ ਕਹਿਣਾ ਕਿ ਵਿਜੀਲੈਂਸ ਬਿਊਰੋ ਕੋਲ ਕੋਈ ਖਾਸ ਠੋਸ ਕੋਈ ਤੱਥ ਨਹੀਂ ਸੀ। ਇੱਕ ਵਾਰੀ ਉਹਨਾਂ ਦੀ ਗੱਲ ਵੀ ਸੁਣ ਲੈਂਦੇ ਹਾਂ ਵਕੀਲ ਸਾਹਿਬ ਦੀ। ਐਡਵੋਕੇਟ ਦਲਜੀਤ ਜੀ ਨੂੰ ਪੇਸ਼ ਕੀਤਾ ਸੀ ਵਿਜੀਲੈਂਸ ਤੇ ਰਿਮਾਂਡ ਦੀ, ਉਹ 10 ਦਿਨ ਦਾ ਰਿਮਾਂਡ ਮੰਗ ਰਹੇ ਸੀ, ਜੋ ਕਿ ਅੱਜ 3 ਦਿਨ ਦਾ ਜਿਹੜਾ ਪੁਲਿਸ ਰਿਮਾਂਡ ਹੈ ਕੋਰਟ ਵੱਲੋਂ ਦਿੱਤਾ ਗਿਆ। ਪਰ ਜਿਹੜੀਆਂ ਵਿਜੀਲੈਂਸ ਤੇ ਜੋ ਸੀਗੇ ਔਰਲ ਐਵੀਡੈਂਸ ਦੀ ਸਾਰੀ ਗੱਲ ਹੋ ਰਹੀ ਸੀ, ਕੋਈ ਉਹਨਾਂ ਕੋਲ ਕਿਸੇ ਵੀ ਤਰ੍ਹਾਂ ਦੇ ਕੋਈ ਪੁਖਤਾ ਸਬੂਤ ਨਹੀਂ ਹੈ। ਜੋ ਇਸ ਜਿਹੜਾ ਸਾਡਾ ਅੰਦਰ ਵਰਸ਼ਨ ਸੀਗਾ ਉਹ ਇਹੀ ਸੀ ਵੀ ਐਡਵੋਕੇਟ ਨੂੰ ਇਸ ਕਰਕੇ ਇਨਵੋਲਵ ਕੀਤਾ ਗਿਆ ਕਿਉਂਕਿ ਇਹ ਸਾਰੇ ਪੁਲਿਸ ਜਿਹੜੀ ਇਹਦੀ ਸੀਗੀ ਆਪਣਾ ਕੇਸ ਦੀ ਉਹ ਪੈਰਵਾਈ ਆਪਣੇ ਬਤੌਰ ਮਤਲਬ ਐਡਵੋਕੇਟ ਇਹੀ ਕਰ ਰਹੇ ਸੀ। ਜਿਹੜੀ ਕੁਐਸ਼ਿੰਗ ਪਟੀਸ਼ਨ ਫਾਈਲ ਕੀਤੀ ਗਈ ਸੀ ਹਾਈ ਕੋਰਟ ਦੇ ਵਿੱਚ, ਉਹ ਗਿਲਜੀਆਂ ਸਾਹਿਬ ਦੀ ਫਾਈਲ ਕੀਤੀ ਸੀ, ਉਹਦੇ ਵਿੱਚ ਵੀ RSI ਸਾਹਿਬ ਦੇ ਨਾਲ ਮਤਲਬ ਐਸੋਸੀਏਟ ਇਹੀ ਸੀ, ਤੇ ਜਿਹੜੀ ਨੀਚੇ ਬੇਲ ਐਪਲੀਕੇਸ਼ਨ ਫਾਈਲ ਕੀਤੀ ਸੀ ਉਹਦੇ ਵਿੱਚ ਵੀ ਇਹੀ ਸੀ। ਸਾਡਾ ਕਹਿਣਾ ਇਹੀ ਸੀ ਵੀ ਜਦੋਂ ਇਨੀਸ਼ੀਅਲ ਸਟੇਜ ਤੋਂ ਇਹ ਐਡਵੋਕੇਟ
ਹਰ ਇੱਕ ਮੌਕੇ ਦੇ ਉੱਤੇ ਮੌਜੂਦ ਸੀ ਤੇ ਹਰ ਇੱਕ ਗੱਲ ਦੇ ਬਾਰੇ ਜਾਣਦਾ ਸੀ ਤੇ ਹਰ ਇੱਕ ਪੈਰਵਾਈ ਕਰ ਰਿਹਾ ਸੀ। ਉਸ ਪੈਰਵਾਈ ਕਰਦੇ ਐਡਵੋਕੇਟ ਨੂੰ ਪਾਸੇ ਕਰਨਾ ਇਹੀ ਸਾਨੂੰ ਤਾਂ ਸਮਝ ਆਇਆ। ਅਦਰਵਾਈਜ਼ ਵਿਜੀਲੈਂਸ ਦੇ ਕੋਲੇ ਕੋਈ ਵੀ ਪੁਖਤਾ ਗੱਲ ਨਹੀਂ ਸੀ। ਉਹਨਾਂ ਵੱਲੋਂ ਜੋ ਕਿਹਾ ਗਿਆ ਅੰਦਰ ਕਿ ਸਾਨੂੰ ਅਸੀਂ ਗੱਡੀ ਬਰਾਮਦ ਕੀਤੀ ਹੈ। ਡੱਲਾ ਜੀ, ਪੰਜਾਬ ਦੇ ਸਿਹਤ ਮੰਤਰੀ ਵੱਲੋਂ ਬਾਰ-ਬਾਰ ਇਹ ਗੱਲ ਕਹੀ ਜਾ ਰਹੀ ਹੈ ਕਿ 15 ਅਗਸਤ ਤੱਕ ਪੰਜਾਬ ਦੇ ਵਿੱਚ ਮੁਹੱਲਾ ਕਲੀਨਿਕ ਜੋ ਹੈ ਬਣ ਕੇ ਤਿਆਰ ਹੋ ਜਾਣਗੇ, ਪੰਜਾਬ ਦੀ ਜਨਤਾ ਦੀ ਸੇਵਾ ਦੇ ਲਈ ਜੋ ਹੈ ਤਿਆਰ ਕਰ ਦਿੱਤੇ ਜਾਣਗੇ। ਪਰ ਦੇਖੀਏ ਅੱਜ ਤਾਂ 15 ਜੁਲਾਈ ਹੋ ਗਈ ਹੈ, ਕੀ 1 ਮਹੀਨੇ ਦੇ ਅੰਦਰ ਅੰਦਰ ਤੁਹਾਨੂੰ ਲੱਗਦਾ ਹੈ ਕਿ ਮੁਹੱਲਾ ਕਲੀਨਿਕ ਤਿਆਰ ਹੋ ਜਾਣਗੇ? ਬਿਲਕੁਲ ਹਰਜੋਤ ਜੀ, ਅੱਜ 15 ਜੁਲਾਈ ਹੋ ਗਈ ਹੈ ਔਰ ਸਿਹਤ ਮੰਤਰੀ ਸਾਹਿਬ ਦਾ ਬਿਆਨ ਹੈ ਕਿ 15 ਅਗਸਤ ਤੱਕ ਅਸੀਂ ਵੱਡੀ ਗਿਣਤੀ ਮੁਹੱਲਾ ਕਲੀਨਿਕ ਸ਼ੁਰੂ ਕਰ ਦੇਵਾਂਗੇ। ਸੋ ਮੈਂ ਬੜਾ ਹੈਰਾਨ ਹੁੰਦਾ ਵੀ ਇੱਕ ਮਹੀਨੇ ਦੇ ਵਿੱਚ ਕੀ ਨਵੀਆਂ ਇਮਾਰਤਾਂ ਬਣਨਗੀਆਂ, ਕੀ ਇਮਾਰਤਾਂ ਨੇ ਜਿਹੜੀਆਂ ਉਹ ਗੈਰ ਸੀਮੈਂਟਡ ਹੋਣਗੀਆਂ, ਕੀ ਸਰਕਾਰ ਇਮਾਰਤਾਂ ਕਿਰਾਏ 'ਤੇ ਲਏਗੀ, ਕੀ 1 ਮਹੀਨੇ ਦੇ ਵਿੱਚ ਮਸ਼ੀਨਰੀ ਆ ਜਾਏਗੀ, ਕੀ 1 ਮਹੀਨੇ ਦੇ ਵਿੱਚ ਡਾਕਟਰਾਂ ਦੀ ਸਟਾਫ ਦੀ ਨਿਯੁਕਤੀ ਹੋ ਜਾਏਗੀ। ਸੋ ਸੋਚਣ ਵਾਲੀ ਗੱਲ ਹੈ ਕਿ 1 ਮਹੀਨੇ ਦੇ ਵਿੱਚ ਮੁਹੱਲਾ ਕਲੀਨਿਕ ਕਿਵੇਂ ਚੱਲਣਗੇ। ਸੋ ਮੈਨੂੰ ਇਹ ਲੱਗਦਾ ਕਿ ਸਾਡੇ ਪੰਜਾਬ ਦੇ ਵਿੱਚ ਸਿਹਤ ਨਾਲ ਸੰਬੰਧਿਤ ਇਨਫਰਾਸਟਰਕਚਰ ਇਮਾਰਤਾਂ ਦੇ ਰੂਪ 'ਚ ਬਹੁਤ ਹੈ। ਸਾਡੇ ਪ੍ਰਾਇਮਰੀ ਹੈਲਥ ਸੈਂਟਰ ਨੇ, ਸਾਡੇ ਹੈਲਥ ਸੈਂਟਰ ਨੇ, ਸਾਡੇ ਡਿਸਪੈਂਸਰੀਆਂ ਨੇ। ਮੈਨੂੰ ਲੱਗਦਾ ਜਿਹੜੇ ਸਾਡੇ ਜਾਂ ਤਾਂ ਪ੍ਰਾਇਮਰੀ ਹੈਲਥ ਸੈਂਟਰ ਜਾਂ ਹੈਲਥ ਸੈਂਟਰ ਜਾਂ ਡਿਸਪੈਂਸਰੀਆਂ, ਇਹਨਾਂ ਦੇ ਉੱਪਰ ਹੀ ਬੋਰਡ ਲੱਗੇਗਾ ਆਉਣ ਵਾਲੇ ਸਮੇਂ 'ਚ ਕਿ ਇਹ ਮੁਹੱਲਾ ਕਲੀਨਿਕ ਬਣ ਗਿਆ। ਅਫਸਰ, ਮੁਲਾਜ਼ਮ, ਡਾਕਟਰ ਸਾਡੇ ਕੋਲੇ ਪਹਿਲਾਂ ਹੀ ਹੈ, ਉਹਨਾਂ ਦੀ ਤੈਨਾਤੀ ਹੋਏਗੀ। ਸੋ ਸਿਰਫ ਅਸੀਂ ਇਹ ਕਹਿ ਸਕਦੇ ਹਾਂ ਕਿ ਕੰਮ-ਕਾਜ ਦੇ ਵਿੱਚ ਸੁਧਾਰ ਹੋਏਗਾ, ਕਿਉਂਕਿ ਜਿਹੜੇ ਡਾਕਟਰ ਪਹਿਲਾਂ ਉੱਥੇ ਆਲਰੇਡੀ ਕੰਮ ਕਰ ਰਹੇ ਹੋਣਗੇ, ਚਾਹੇ ਪੈਰਾਮੈਡੀਕਲ ਸਟਾਫ ਹੋਵੇ, ਚਾਹੇ ਸਾਡੀਆਂ ਨਰਸਿੰਗ ਸਟਾਫ ਹੋਣ, ਚਾਹੇ ਸਫਾਈ ਸੇਵਕ ਹੋਣ, ਚਾਹੇ ਡਾਕਟਰ ਹੋਣ, ਕਿਉਂਕਿ ਸਾਡੇ ਡਿਸਪੈਂਸਰੀਆਂ ਪੈਰਾਮੈਡੀਕਲ ਸਟਾਫ ਹੈ, ਉੱਥੇ ਵੀ ਡਾਕਟਰ ਸਮੇਂ-ਸਮੇਂ 'ਤੇ ਜਾਂਦੇ ਹੋਣਗੇ। ਸੋ ਨਿਯੁਕਤੀਆਂ ਵੀ ਮੈਨੂੰ ਲੱਗਦਾ ਲਗਭਗ ਪਹਿਲਾਂ ਦੀਆਂ ਉਹੀ ਕੰਮ ਆਉਣਗੀਆਂ, ਕਿਉਂਕਿ ਹਜੇ ਕੁੱਲ 1 ਸਾਲ 'ਚ 117 ਮੁਹੱਲਾ ਕਲੀਨਿਕ ਬਣਾਉਣੇ ਨੇ। ਦੇਖੋ, ਦਾਅਵਾ ਤਾਂ ਬਹੁਤ ਵੱਡਾ ਸੀ ਆਮ ਆਦਮੀ ਪਾਰਟੀ ਦਾ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਸੀ ਅਸੀਂ ਹਰ ਪਿੰਡ 'ਚ 14-15 ਹਜ਼ਾਰ ਕੁੱਲ ਮੁਹੱਲਾ ਕਲੀਨਿਕ ਬਣਾ ਦਾਂਗੇ। ਸੋ ਹੁਣ 1 ਸਾਲ 'ਚ ਗੱਲ ਆ ਕੇ ਖੜ ਗਈ ਹੈ 117 ਤੇ। ਹੁਣ 117 'ਚ ਵੀ ਜਿਹੜੇ 1 ਮਹੀਨੇ 'ਚ ਬਣਾਉਣੇ ਨੇ, ਉਹ ਗੱਲ ਆ ਕੇ ਖੜ ਗਈ ਹੈ ਕਿ ਸਿਰਫ ਬੋਰਡ ਲੱਗਣੇ ਨੇ, ਉੱਥੇ ਰੰਗ ਰੋਗਨ ਨਵਾਂ ਹੋ ਜਾਊਗਾ, ਉੱਥੇ ਟੇਬਲ ਟੂਬਲ ਜਿਹੜੇ ਸੋਹਣੇ ਨੇ ਉਹ ਲੱਗਣਗੇ, ਉੱਥੇ ਮਾੜਾ ਮੋਟਾ ਜਿਹੜਾ ਸਮਾਨ ਚਾਹੀਦਾ ਹੋਊਗਾ ਡਾਕਟਰਸ ਦੇ ਲਈ ਉਹ ਆ ਜਾਊਗਾ, ਕਿਉਂਕਿ ਜਿਹੜੇ ਰੈਫਰ ਹੋਣਗੇ ਉੱਥੋਂ ਪੇਸ਼ੈਂਟ ਉਹ ਤਾਂ ਸਿਵਲ ਹਸਪਤਾਲ ਦੇ ਵਿੱਚ ਹੀ ਹੋਣੇ ਨੇ ਜਾਂ ਹੋਰ ਜਿੱਥੇ ਮੈਡੀਕਲ ਇੰਸ਼ੋਰੈਂਸ ਮਿਲਦੀ ਹੈ। ਸਾਡੀ ਭਾਰਤ ਸਰਕਾਰ ਵੱਲੋਂ ਵੀ 5 ਲੱਖ ਤੱਕ ਦਾ ਬੀਮਾ ਕੀਤਾ ਗਿਆ ਸਾਡੇ ਜ਼ਰੂਰਤਮੰਦ ਸਾਥੀਆਂ ਦਾ, ਲੋਕਾਂ ਦਾ। ਸੋ ਇਸ ਕਰਕੇ ਰੈਫਰ ਤਾਂ ਉਹਨਾਂ ਹਸਪਤਾਲਾਂ 'ਚ ਕੇਸ ਹੋਣਗੇ ਜਿੱਥੇ ਮੈਡੀਕਲ ਸਹੂਲਤ ਉਪਲਬਧ ਹੈ। ਸੋ ਕੁੱਲ ਮਿਲਾ ਕੇ ਦੇਖਿਆ ਜਾਵੇ, ਇਹ ਕੰਮ ਦੂਜੀਆਂ ਸਰਕਾਰਾਂ ਵੀ ਕਰ ਸਕਦੀਆਂ ਸੀ, ਉਹਨਾਂ ਨੇ ਕੀਤਾ ਨਹੀਂ, ਇਹਨਾਂ ਨੇ ਕਰ ਦੇਣਾ ਹੈ। ਫਰਕ ਇੰਨਾ ਹੀ ਹੈ, ਕੰਮ ਕੋਈ ਬਹੁਤਾ ਔਖਾ ਨਹੀਂ ਸੀ। ਹਾਂ, ਜਦੋਂ ਹੋਊਗਾ ਕਿਸ ਪੱਧਰ 'ਤੇ ਹੁੰਦਾ, ਕਿੰਨੇ ਕੁ ਕਾਮਯਾਬ ਹੁੰਦੇ ਨੇ, ਇਹ ਆਉਣ ਵਾਲਾ ਵਕਤ ਦੱਸੂਗਾ, ਕਿਉਂਕਿ ਜਿਹੜੀ ਥਾਂ 'ਤੇ ਮੁਹੱਲਾ ਕਲੀਨਿਕ ਖੁੱਲ੍ਹਣੇ ਨੇ ਉਹ ਥਾਵਾਂ 'ਤੇ ਪਹਿਲਾਂ ਹੀ ਸਿਹਤ ਸਹੂਲਤਾਂ ਤਾਂ ਦਿੱਤੀਆਂ ਹੀ ਜਾ ਰਹੀਆਂ ਨੇ। ਬਾਕੀ ਵੇਖਦੇ ਹਾਂ ਕਿ ਜਦੋਂ ਦਾਲ ਸਾਡੇ ਸਿਲਵਰ ਦੇ ਭਾਂਡੇ ਵਾਲੀ ਦਾਲ ਜਦੋਂ ਚਾਂਦੀ ਦੇ ਭਾਂਡੇ 'ਚ ਪੈਂਦੀ ਹੈ ਤੇ ਉਹਦਾ ਸਵਾਦ ਕਿੰਨਾ ਕੁ ਬਦਲਦਾ ਹੈ। ਬਹੁਤ ਬਹੁਤ ਧੰਨਵਾਦ ਡੱਲਾ ਜੀ ਕਿ ਤੁਸੀਂ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਵਿਚਾਰ ਚਰਚਾ, ਖਬਰਾਂ ਦੀ ਪੜਤਾਲ ਦਰਸ਼ਕਾਂ ਤੱਕ ਪਹੁੰਚਾਈ ਹੈ। ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਹਮੇਸ਼ਾ ਪ੍ਰੋਗਰਾਮ ਦੇ ਨਾਲ ਜੁੜਦੇ ਨੇ, ਆਪਣੇ ਸੁਝਾਅ, ਆਪਣੇ ਵਿਚਾਰ ਸਾਡੇ ਤੱਕ ਪਹੁੰਚਾਉਂਦੇ ਨੇ ਕਮੈਂਟਸ ਦੇ ਜ਼ਰੀਏ। ਤਾਂ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਇਜਾਜ਼ਤ। ਧੰਨਵਾਦ, ਬਹੁਤ ਬਹੁਤ ਧੰਨਵਾਦ ਹਰਜੋਤ ਜੀ, ਤੁਹਾਡਾ ਵੀ ਬਹੁਤ ਧੰਨਵਾਦ।